ਜਿਹੜੀ ਮੋਦੀ ਸਰਕਾਰ ਹੈ ਇਹਦੀ ਜਿਹੜੀ ਕਮਾਨ ਹੈ ਉਹ ਅਡਾਨੀਆਂ ਬਾਨੀਆਂ ਕੋਲ ਹੈ। ਉਹ ਇੱਕ ਜਿਵੇਂ ਆਪਾਂ ਕਹਿ ਦਈਏ ਚਿਹਰਾ ਮੋਦੀ ਦਾ ਮੂਹਰੇ ਦਿਖ ਰਿਹਾ, ਬਸ ਹੋਰ ਕੁਝ ਨਹੀਂ। ਜਿੰਨਾ ਟਾਈਮ ਪਿੱਛੋਂ ਬਟਨ ਨਹੀਂ ਦੱਬਿਆ ਜਾਣਾ ਉਹਨਾਂ ਟਾਈਮ ਕੁਝ ਨਹੀਂ ਹੋਣਾ ਹੈਗਾ। ਤੁਸੀਂ ਜੇ ਆਹ ਬਿੱਲ ਵਾਪਸ ਲੈਂਦੇ ਆ ਵੀ ਤੁਸੀਂ ਦੱਸ ਦਿਓ ਤੁਹਾਡਾ ਕੀ ਨੁਕਸਾਨ ਹੁੰਦਾ, ਤੇ ਜੇ ਆਹ ਬਿੱਲ ਪਾਸ ਹੋ ਜਾਂਦੇ ਤਾਂ ਅਸੀਂ ਦੱਸ ਦਿੰਦੇ ਵੀ ਸਾਡਾ ਕੀ ਨੁਕਸਾਨ। ਸਾਡਾ ਪਹਿਲੇ ਹੀ ਨੇ ਜਿਹੜੇ ਕਿਸਾਨ ਵੀਰ ਮਰ ਚੁੱਕੇ ਆ। ਉਹਨਾਂ ਦਾ ਨੁਕਸਾਨ ਕੋਈ ਨਹੀਂ ਹੋਣਾ, ਉਹਨਾਂ ਦਾ ਨੁਕਸਾਨ ਹੋਣਾ ਜਿਹੜੇ ਉਹ ਮਾਲਕ ਦੀ ਰੋਟੀ ਖਾਂਦੇ ਨੇ, ਉਹ ਗਰਦਨ ਫੜੀ ਬੈਠੇ ਉਹਨਾਂ ਦੀ। ਅਡਾਨੀ ਦੇਖੋ ਤੋਮਰ ਜਦੋਂ ਮੀਟਿੰਗ 'ਚ ਕਹਿ ਚੁੱਕਿਆ ਵੀ ਕੱਲ ਨੂੰ ਅਡਾਨੀ ਅੰਬਾਨੀ ਵਿਰੋਧ ਕਰਨਗੇ, ਹੋਰ ਕਸਰ ਰਹੇਗੀ ਕੋਈ? ਸਦੀਆਂ 'ਚ ਕਦੇ ਇਹੋ ਜਿਹੀ ਲਹਿਰ ਉੱਠਦੀ ਹੁੰਦੀ ਹੈ, ਜਨ ਅੰਦੋਲਨ ਬਣ ਚੁੱਕਿਆ। ਸੋ ਆਗੂਆਂ ਦੇ ਉੱਪਰ ਜਿੰਨੀ ਪਹਿਲਾਂ ਜ਼ਿੰਮੇਵਾਰੀ ਸੀ ਉਹਦੇ ਨਾਲੋਂ ਹੁਣ ਦੁੱਗਣੀ ਜ਼ਿੰਮੇਵਾਰੀ ਹੋ ਚੁੱਕੀ ਹੈ ਕਿ ਕਿਤੇ ਵੀ ਜੇ ਉਹ ਛਿੜਕ ਗਏ ਤਾਂ ਉਹਨਾਂ ਨੂੰ ਆਉਣੇ ਵਾਲੀਆਂ ਪੀੜ੍ਹੀਆਂ ਵੀ ਨਹੀਂ ਮਾਫ ਕਰਨਗੀਆਂ। ਕੁਝ ਵਿਅਕਤੀ ਹੋਰ ਵੀ ਨੇ, ਚਲੋ ਮੈਂ ਨਾਮ ਤਾਂ ਕੀ ਲੈਣਾ, ਉਹ ਮੰਨ ਲਓ ਲਾਈਵ ਕਰਦੇ ਨੇ ਇਹ ਜਿਹੜਾ ਹੈਗਾ ਜੀ ਇੱਥੇ ਮੁੰਡੇ ਮਰਵਾ ਦੇਣੇ ਨੇ ਜਾਂ ਇੱਥੇ ਅਸੀਂ ਵਾਪਸ ਮੁੜ ਜਾਓ। ਯਾਰ ਆਪਾਂ ਆਏ ਕੀ ਕਰਨ ਸੀ? ਅੱਜ ਅਸੀਂ ਜੇ ਇਹ ਸਥਿਤੀ ਆ ਗਈ ਕਿ ਸਰਕਾਰ ਦਾ ਪ੍ਰੈਸ਼ਰ ਬਣ ਰਿਹਾ, ਅੱਜ ਅਸੀਂ ਸਰਕਾਰ ਦੀਆਂ ਗੱਲਾਂ ਸੁਣ ਕੇ ਪਿੱਛੇ ਮੁੜ ਜਾਈਏ? ਕਿਉਂ ਮੁੜ ਜਾਈਏ? ਮੀਡੀਆ ਚੈਨਲ ਵਾਲਾ ਕਹਿੰਦਾ ਸੀ ਜੀ ਜਿਹੜੇ ਅੰਗਰੇਜ਼ੀ ਬੋਲਣ ਵਾਲੇ ਕਿਸਾਨ ਨਹੀਂ ਹੋ ਸਕਦੇ, ਠੀਕ ਹੈ, ਉਹਨੂੰ ਵੀ ਇੱਕ ਤੁਹਾਡੇ ਮਾਧਿਅਮ ਤੇ ਅਪੀਲ ਆ ਜਾਵੇ, ਬਹਿ ਜਾਵੇ, ਅਸੀਂ ਕਿਸਾਨ ਆ, ਮੈਂ ਕਿਸਾਨ ਆ, ਬੈਠੋ, ਗੱਲ ਕਿਹੜੀ ਭਾਸ਼ਾ 'ਚ ਕਰਨੀ ਆ ਕਰੇ ਗੱਲ ਆ ਕੇ। ਮੈਂ ਤਾਂ ਹੁਣ ਸਾਫ਼ ਸ਼ਬਦਾਂ 'ਚ ਕਹੂੰਗਾ ਜਾਹਿਲ ਹੈ, ਨਰਿੰਦਰ ਮੋਦੀ ਵੀ ਜਾਹਿਲ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ। ਮੈਂ ਹਾਂ ਮਨਦੀਪ ਸਿੰਘ ਔਰ ਜਿਵੇਂ ਤੁਸੀਂ ਵੇਖ ਹੀ ਸਕਦੇ ਆ, ਪਿੱਛੇ ਵੀ ਵੇਖ ਸਕਦੇ ਆ ਕਿ ਪੁਲਿਸ ਨੇ ਮੋਰਚੇ ਲਾਏ ਹੋਏ ਨੇ। ਮੇਰੇ ਨਾਲ ਬਹੁਤ ਖਾਸ ਸ਼ਖਸੀਅਤ ਮੌਜੂਦ ਨੇ, ਇਹਨਾਂ ਨੇ ਵੀ ਮੋਰਚੇ ਲਾਏ ਹੋਏ ਨੇ। ਹਰਿੰਦਰ ਸਿੰਘ ਰਿਓਨਾ ਤੁਸੀਂ ਬਖੂਬੀ ਜਾਣਦੇ ਹੋ, ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੋਂ ਪੁੱਜੇ ਹੋਏ ਨੇ, ਮੋਰਚੇ ਲਾਏ ਹੋਏ ਨੇ। ਪਰ ਦੋਸਤੋ ਇਸ ਵਕਤ ਬਹੁਤ ਕੁਝ ਇੱਥੇ ਚੱਲ ਵੀ ਰਿਹਾ। ਜਿੱਥੇ ਬਾਹਰ ਅਸੀਂ ਚਹਿਲ ਪਹਿਲ ਵੇਖ ਰਹੇ ਹਾਂ, ਉੱਥੇ ਮਨਾਂ ਦੇ ਅੰਦਰ ਵੀ ਬਹੁਤ ਹਲਚਲ ਹੋ ਰਹੀ ਹੈ ਔਰ ਸਟੇਜਾਂ ਦੇ ਉੱਤੇ ਵੀ ਬਹੁਤ ਹਲਚਲ ਹੋ ਰਹੀ ਹੈ ਔਰ ਸਟੇਜਾਂ ਤੇ ਪਿੱਛੇ ਵੀ ਬਹੁਤ ਹਲਚਲ ਹੋ ਰਹੀ ਹੈ। ਸਟੇਜਾਂ ਦੇ ਉੱਤੇ ਕਈਆਂ ਨੂੰ ਬੋਲਣ ਦਿੱਤਾ ਜਾਂਦਾ ਹੈ, ਕਈਆਂ ਨੂੰ ਨਹੀਂ ਬੋਲਣ ਦਿੱਤਾ ਜਾਂਦਾ। ਕੋਈ ਬੁਲਾਰਾ ਜਿਹੜਾ ਹੈ ਪਬਲਿਕ ਦੇ ਵਿੱਚ ਆ ਕੇ, ਪਬਲਿਕ ਡੋਮੇਨ ਦੇ ਵਿੱਚ ਆ ਕੇ, ਸੋਸ਼ਲ ਮੀਡੀਆ ਦੇ ਉੱਤੇ ਆ ਕੇ ਆਗੂਆਂ ਦੇ ਵਿਰੁੱਧ ਵੀ ਬੋਲ ਦਿੰਦਾ ਹੈ, ਕਈ ਹਮਾਇਤ ਦੇ ਵਿੱਚ ਵੀ ਬੋਲ ਰਹੇ ਨੇ। ਬੜਾ ਸਿਲਸਿਲਾ ਇਸ ਵਕਤ ਇੰਜ ਕਹਿ ਲਓ ਕਿ ਠੰਡੇ ਗਰਮ ਵਾਲਾ ਬਣਿਆ ਹੋਇਆ। ਸ਼ਰਦਾਈਆਂ ਪਲਾਈਆਂ ਜਾ ਰਹੀਆਂ ਨੇ ਨਿਹੰਗ ਸਿੰਘਾਂ ਵੱਲੋਂ, ਲੰਗਰ ਛਕਾਏ ਜਾ ਰਹੇ ਨੇ, ਪਕੌੜੇ ਬਣ ਰਹੇ ਨੇ, ਚੌਲਾਂ ਦਾ ਲੰਗਰ ਚੱਲ ਰਿਹਾ ਹੈ, ਗੁੜ ਵੰਡਿਆ ਜਾ ਰਿਹਾ ਹੈ, ਪਾਉਣ ਨੂੰ ਕੱਪੜੇ ਵੰਡੇ ਜਾ ਰਹੇ ਨੇ। ਪਰ ਹਲੇ ਵੀ ਇੱਕ ਗੁੰਝਲਦਾਰ ਪਹੇਲੀ ਬਣੀ ਹੋਈ ਹੈ ਕਿ ਇਹ ਜਿਹੜਾ ਸੰਘਰਸ਼ ਹੈਗਾ ਇਹ ਕਿਸ ਰੂਪ ਦੇ ਵਿੱਚ ਸਾਰਿਆਂ ਦੇ ਸਾਹਮਣੇ ਪ੍ਰਗਟ ਹੋਵੇਗਾ। ਕਿਸਾਨਾਂ ਨੇ ਇਹ ਅੰਦੋਲਨ ਸ਼ੁਰੂ ਕੀਤਾ ਸੀ, ਪਰ ਹੁਣ ਇਹ ਕਿਸਾਨਾਂ ਦਾ ਨਾ ਹੋ ਕੇ ਨਾਗਰਿਕਾਂ ਦਾ ਬਲਕਿ ਇਨਸਾਨਾਂ ਦਾ ਇਹ ਅੰਦੋਲਨ ਬਣ ਚੁੱਕਿਆ ਹੈ। ਬਾਈ ਨਾਲ ਗੱਲ ਕਰ ਲੈਂਦੇ ਨੇ ਕਿ ਬਾਈ ਕਿਸ ਤਰ੍ਹਾਂ ਵੇਖ ਰਹੇ ਨੇ। ਬਾਈ ਬਹੁਤ ਸਿਲਸਿਲਾ ਚੱਲ ਰਿਹਾ ਹੈ ਇਸ ਵਕਤ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਨਦੀਪ ਜੀ, ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਜਿਵੇਂ ਮੈਂ ਦੱਸਿਆ ਹੈਗਾ ਕਿ ਇਸ ਵਕਤ ਜਿਹੜਾ ਸਿਲਸਿਲਾ ਚੱਲ ਰਿਹਾ ਬਹੁਤ ਗੁੰਝਲਦਾਰ ਬਣਿਆ ਹੋਇਆ, ਸਮਝ ਆ ਵੀ ਰਿਹਾ ਹੈ ਤੇ ਬਹੁਤ ਕੁਝ ਸਮਝ ਨਹੀਂ ਵੀ ਆ ਰਿਹਾ। ਕਿਸਾਨ ਜਥੇਬੰਦੀਆਂ ਨੇ ਹੁਣ ਵਿਉਂਤਬੰਦੀ ਘੜੀ ਹੈ ਕਿ ਅਸੀਂ ਟੋਲ ਪਲਾਜ਼ੇ ਜਾਮ ਕਰ ਦਿਆਂਗੇ, ਡੀਸੀ ਦਫ਼ਤਰਾਂ ਦੇ ਮੂਹਰੇ ਮੁਜ਼ਾਹਰੇ ਕਰਾਂਗੇ। ਉਸੇ ਤਰੀਕੇ ਦੇ ਨਾਲ ਵੀ ਜਿਵੇਂ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਜਾਮ ਹੁੰਦੇ ਸੀ, ਪੂਰੇ ਭਾਰਤ ਦੇ ਵਿੱਚ ਟੋਲ ਪਲਾਜ਼ੇ ਜਾਮ ਕਰਾਂਗੇ। ਔਰ ਇੱਕ ਪਾਸੇ ਅਸੀਂ ਵੇਖ ਰਹੇ ਹਾਂ ਕਿ ਜਿਹੜੇ ਆਗੂ ਨੇ, ਜਿਹੜੇ ਬੋਲਣ ਨਹੀਂ ਦਿੱਤਾ ਜਾਂਦਾ ਜਿਨ੍ਹਾਂ ਨੂੰ ਸਟੇਜਾਂ ਦੇ ਉੱਤੇ, ਉਹ ਫਿਰ ਬਾਅਦ ਦੇ ਵਿੱਚ ਸੋਸ਼ਲ ਮੀਡੀਆ 'ਤੇ ਆ ਕੇ ਕੁਝ ਵਿਰੋਧੀ ਗੱਲਾਂ ਵੀ ਕਰਦੇ ਨੇ। ਤੁਹਾਡੀ ਨਜ਼ਰ ਦੇ ਵਿੱਚ ਇਸ ਵਕਤ ਜੋ ਸਾਰਾ ਇਹ ਸਿਲਸਿਲਾ ਚੱਲ ਰਿਹਾ ਹੈ, ਇੱਕ ਪਾਸੇ ਤਾਂ ਸੈਂਟਰ ਸਰਕਾਰ ਕਹਿੰਦੀ ਹੈ ਕਿ ਅਸੀਂ ਸੌਦਾ ਕਰਨ ਨੂੰ ਵੀ ਤਿਆਰ ਹੈਗੇ ਹਾਂ। ਹੁਣ ਜਿਹੜੀ ਪਹਿਲਾਂ ਗੱਲ ਨਹੀਂ ਕਰਦੀ ਸੀ ਕਿਸਾਨਾਂ ਦੇ ਨਾਲ, ਹੁਣ ਉਹ ਆਪ ਬੁਲਾ ਰਹੀ ਹੈ। ਤੇ ਕਿੱਥੇ ਸੂਈ ਅਟਕੀ ਹੋਈ ਤੁਸੀਂ ਵੇਖ ਰਹੇ ਹੋ? ਤੁਹਾਡੀ ਨਜ਼ਰ ਦੇ ਵਿੱਚ ਕੀ ਨਜ਼ਰ ਆ ਰਿਹਾ? ਮਨਦੀਪ ਜੀ, ਸਭ ਤੋਂ ਪਹਿਲਾਂ ਤਾਂ ਨਾ ਸਾਰੇ ਪੰਜਾਬੀਆਂ ਦੇ ਜਾਂ ਸਾਰੇ ਭਾਰਤ ਵਾਸੀਆਂ ਦੇ ਜਿਹੜੇ ਵੀ ਇੱਥੇ ਆਏ ਨੇ ਜਾਂ ਅੰਦੋਲਨ ਨੂੰ ਸਪੋਰਟ ਕਰ ਰਹੇ ਨੇ, ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਉਹ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਅੱਜ ਇੱਕ ਇਤਿਹਾਸ ਸਿਰਜ ਕੇ ਰੱਖਤਾ, ਜਿਹੜਾ ਕਿ ਮੰਨ ਲਓ ਨਾ ਸਰਕਾਰ ਨਾ ਦੇਸ਼ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਇਸ ਲੈਵਲ ਦਾ ਸੰਘਰਸ਼ ਹੋ ਸਕਦਾ। ਸੋ ਪੰਜਾਬੀਆਂ ਨੇ ਇਹ ਸ਼ੁਰੂਆਤ ਕੀਤੀ, ਉਸ ਤੋਂ ਬਾਅਦ ਹੋਰ ਸਾਡੇ ਬਾਕੀ ਸਟੇਟਾਂ ਦੇ ਭਰਾ ਨੇ ਜਿਹੜੇ ਕਿਸਾਨ ਆ ਕੇ ਜੁੜਨੇ ਸ਼ੁਰੂ ਹੋਏ, ਤਾਂ ਇੱਕ ਇਤਿਹਾਸ ਸਿਰਜਿਆ ਗਿਆ। ਅੱਜ ਦੀ ਤਾਂ ਇਹ ਸਥਿਤੀ ਹੈ ਕਿ ਸਾਡੇ ਨਾਲ ਕਿਸਾਨਾਂ ਤੋਂ ਬਿਨਾਂ ਹੋਰ ਵਰਗ ਦੇ ਵਪਾਰੀ ਵਰਗ, ਹੋਰ ਜਿਹੜੇ ਕਿ ਕਿਸਾਨਾਂ ਮੰਨ ਲਓ ਕਿਸਾਨੀ ਨਾਲ ਸੰਬੰਧਿਤ ਨਹੀਂ ਹੈਗੇ, ਉਹ ਸਾਡੇ ਭਰਾ ਵੀ ਅੱਜ ਸਾਡੇ ਇਸ ਸੰਘਰਸ਼ ਦੇ ਵਿੱਚ ਸਾਥ ਦੇਣਾ ਸ਼ੁਰੂ ਕਰਤਾ। ਸੋ ਇਸ ਜਦੋਂ ਨਾ ਵੱਡਾ ਸੰਘਰਸ਼ ਹੋ ਜਾਂਦਾ, ਉਦੋਂ ਨਾ ਦੇਖੋ ਪਹਿਲਾਂ ਤਾਂ ਇਹ ਸਰਕਾਰ ਹੈ ਜਿਹੜੀ ਮੋਦੀ ਗੌਰਮੈਂਟ ਹੈ, ਇਹ ਨਾ ਬੜੀ ਇੱਕ ਜਿੱਦਾਂ ਕੁਛ ਆਗੂ ਸ਼ਬਦ ਵਰਤਦੇ ਹੁੰਦੇ ਨੇ ਕਿ ਖਚਰੀ ਸਰਕਾਰ ਹੈ। ਇਹ ਨਾ ਬੜੀ ਮੰਨ ਲਓ ਇਹਨਾਂ ਦਾ ਸਿਸਟਮ ਕੀ ਆ, ਹਮੇਸ਼ਾ ਨਾ ਇਹਨਾਂ ਦਾ ਰਿਹਾ ਪਾੜੋ ਤੇ ਰਾਜ ਕਰੋ। ਇਹਨਾਂ ਨੇ ਸਭ ਤੋਂ ਪਹਿਲਾਂ ਧਰਮ ਦੇ ਨਾਮ ਤੇ ਵੰਡੀਆਂ ਪਾਈਆਂ
ਕਿਉਂਕਿ ਇਹ ਪਾਰਟੀ ਆਪਾਂ ਮੰਨ ਲਓ ਵੀ ਨਰਿੰਦਰ ਮੋਦੀ ਦਾ ਇਤਿਹਾਸ ਚੱਕ ਲਓ, ਅੱਜ ਤੱਕ ਉਹ ਜੇ ਰਾਜ ਕੀਤਾ ਉਹਨੇ ਜਿੱਥੇ ਜਿੱਥੇ ਵੀ ਕੀਤਾ ਉਹਨੇ ਧਰਮ ਦੇ ਨਾਂ ਤੇ ਪਾੜੇ ਪਾ ਕੇ ਕੀਤਾ। ਸੋ ਇਹਨਾਂ ਨੂੰ ਇਹ ਬਖੂਬੀ ਆਉਂਦਾ ਪਾੜੇ ਕਿੱਦਾਂ ਪਾਏ ਜਾਂਦੇ ਨੇ। ਉਹੀ ਕੰਮ ਜਿਹੜਾ ਅੱਜ ਇੱਥੇ ਕੀਤਾ ਜਾ ਰਿਹਾ। ਇੱਥੇ ਇਹਨਾਂ ਨੇ ਇੱਕ ਜਿਹੜੀ 2-3 ਦਿਨ ਪਹਿਲਾਂ ਚਾਲ ਚੱਲੀ ਸੀ, ਕੁਝ ਆਗੂਆਂ ਨੂੰ ਬੁਲਾ ਲਿਆ ਸੀ, ਕੱਲੇ ਆਗੂ ਨੂੰ ਫੋਨ ਕੀਤੇ ਜਾ ਰਹੇ ਸੀ। ਮੰਨ ਕੇ ਚਲੋ ਉਹਨਾਂ ਇੱਕ ਜਿਹਨੂੰ ਆਪਾਂ ਕਹਿ ਦਿੰਦੇ ਹੁੰਦੇ ਅੰਡਰ ਦਾ ਟੇਬਲ ਕੋਈ ਗੱਲ ਹੋਣੀ, ਅੰਡਰ ਦਾ ਟੇਬਲ ਉਹ ਕੋਸ਼ਿਸ਼ ਸੀ ਉਹਨਾਂ ਦੀ ਕਿ ਵੀ ਕਿਸੇ ਤਰੀਕੇ ਨਾਲ 1-2 ਵਿਕਟਾਂ ਵੀ ਜੇ ਆਪਾਂ ਸਿੱਟ ਲੀਆਂ ਤਾਂ ਬਾਕੀ ਆਪਾਂ ਜਿਹੜਾ ਜੋ ਲਾਮਬੰਦੀ ਹੋ ਰਹੀ ਆ ਉਹਨੂੰ ਕੰਟਰੋਲ ਕਰ ਜਾਂਗੇ। ਪਰ ਸਤਿਕਾਰ ਹੈ ਸਾਰੇ ਆਗੂਆਂ ਦਾ ਕਿ ਉਹ ਝੁਕੇ ਨਹੀਂ, ਉਹਨਾਂ ਨੇ ਉਹ ਆਪਣੇ ਫੈਸਲੇ ਤੋਂ ਥਿੜਕੇ ਨਹੀਂ। ਕਿਉਂ? ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜਾ ਇਹ ਹੁਣ ਅੰਦੋਲਨ ਹੈ ਇਹ ਕਿਸਾਨਾਂ ਦਾ ਅੰਦੋਲਨ। ਤਾਂ ਦੇਖੋ ਪਹਿਲੀ ਗੱਲ ਕਿਸਾਨੀ ਇਕੱਲੇ ਕਾਨੂੰਨਾਂ ਦਾ ਤਾਂ ਇਹ ਮੁੱਦਾ ਹੀ ਨਹੀਂ ਸੀ, ਮੁੱਦਾ ਸੀ ਸਾਡੀ ਹੋਂਦ ਦਾ, ਸਾਡੀ ਇੱਕ ਜਿਹੜਾ ਅਸੀਂ ਜਿਉਂਦੇ ਹਾਂ। ਕਹਿਣ ਦਾ ਮਤਲਬ ਇਹ ਸੀ ਵੀ ਅਸੀਂ ਦੱਸਣਾ ਸੀ ਅਸੀਂ ਜਿਉਂਦੇ ਹਾਂ, ਸੋ ਉਹ ਤਾਂ ਅਸੀਂ ਦੱਸਤਾ। ਉਹ ਤੋਂ ਬਾਅਦ 'ਚ ਅੱਜ ਇੱਕ ਲਹਿਰ ਬਣ ਚੁੱਕੀ ਹੈ। ਇਹ ਆਪਾਂ ਕਹਿ ਦਈਏ ਵੀ ਪੂਰੇ ਜਿਹੜੀਆਂ ਨਾ ਸਦੀਆਂ 'ਚ ਕਦੇ ਇਹੋ ਜਿਹੀ ਲਹਿਰ ਉੱਠਦੀ ਹੁੰਦੀ ਹੈ, ਜਨ ਅੰਦੋਲਨ ਬਣ ਚੁੱਕਿਆ। ਸੋ ਆਗੂਆਂ ਦੇ ਉੱਪਰ ਜਿੰਨੀ ਪਹਿਲਾਂ ਜ਼ਿੰਮੇਵਾਰੀ ਸੀ ਉਹਦੇ ਨਾਲੋਂ ਹੁਣ ਦੁੱਗਣੀ ਜ਼ਿੰਮੇਵਾਰੀ ਹੋ ਚੁੱਕੀ ਹੈ ਕਿ ਕਿਤੇ ਵੀ ਜੇ ਉਹ ਥਿੜਕ ਗਏ ਤਾਂ ਉਹਨਾਂ ਨੂੰ ਆਉਣੇ ਵਾਲੀਆਂ ਪੀੜ੍ਹੀਆਂ ਵੀ ਨਹੀਂ ਮਾਫ ਕਰਨਗੀਆਂ। ਪਰ ਇਹ ਆਪਾਂ ਕਹਿ ਦਈਏ ਉਮੀਦ ਨਹੀਂ, ਇਹ ਭਰੋਸਾ ਹੈ। ਜਿੰਨਾ ਕੁ ਲਾ ਲਓ ਗੱਲਾਂ ਬਾਤਾਂ ਹੁੰਦੀਆਂ ਨੇ ਵਿੱਚ ਰਹਿ ਕੇ ਸੁਣਦੇ ਆ ਜਾਂ ਉਹਨਾਂ ਦੇ ਨਾਲ ਡਿਸਕਸ਼ਨ ਹੁੰਦੀ ਹੈ ਕਿ ਨਹੀਂ ਥਿੜਕਣਗੇ, ਇਹ ਭਰੋਸਾ ਹੈ ਸਾਰਿਆਂ ਨੂੰ। ਬਾਕੀਆਂ ਨੂੰ ਵੀ ਮੈਂ ਇਹੀ ਮਤਲਬ ਅਪੀਲ ਕਰਨੀ ਚਾਹੁੰਦਾ ਕਿਉਂਕਿ ਨਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਨਾ ਸਰਕਾਰਾਂ ਦੇ ਫੰਡੇ ਹੁੰਦੇ ਨੇ, ਸਰਕਾਰ ਕੀ ਚਾਲ ਚੱਲਦੀ ਹੁੰਦੀ ਹੈ। ਜਿੱਦਾਂ ਮੈਂ ਪਹਿਲਾਂ ਕਰਕੇ ਹਟਿਆ ਗੱਲ ਵੀ ਪਾੜੋ ਤੇ ਰਾਜ ਕਰੋ, ਅੱਜ ਵੀ ਉਹ ਕੀ ਕਰ ਰਹੇ ਨੇ। ਜਿਹੜੀ ਨਾ ਇੱਕ ਸੋਸ਼ਲ ਮੀਡੀਆ ਅੱਜ ਦਾ ਬਹੁਤ ਵੱਡਾ ਹਥਿਆਰ ਹੈ, ਇਹਦੇ ਦੇਖੋ ਫਾਇਦੇ ਵੀ ਨੇ ਨੁਕਸਾਨ ਵੀ ਨੇ। ਫਾਇਦੇ ਨੇ ਕਿ ਸਾਡਾ ਜਿਹੜਾ ਇੱਕ ਅਸੀਂ ਕੋਈ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣੀ ਆ ਬਹੁਤ ਸੌਖੀ ਪਹੁੰਚ ਜਾਂਦੀ ਹੈ। ਪਰ ਜਿਹੜੇ ਕੋਈ ਲੋਕੀ ਇਹਦੀ ਦੁਰਵਰਤੋਂ ਵੀ ਕਰਦੇ ਨੇ, ਜਿੱਦਾਂ ਹੁਣ ਕੋਈ ਵੀ ਗੱਲ ਨਹੀਂ ਹੁੰਦੀ ਪਰ ਫਿਰ ਵੀ ਉਸ ਗੱਲ ਨੂੰ ਜਿਹੜੀ ਕੋਈ ਆਗੂਆਂ ਦੇ ਉਲਟ ਜਾ ਰਹੀ ਹੋਵੇ, ਕੋਈ ਜਥੇਬੰਦੀਆਂ ਦੇ ਉਲਟ ਜਾ ਰਹੀ ਹੋਵੇ, ਉਹਨੂੰ ਇੰਨਾ ਕੁ ਪ੍ਰਚਾਰਿਆ ਜਾਂਦਾ ਕਿ ਲੋਕਾਂ ਦੇ ਵਿੱਚ ਨਾ ਕਿਸੇ ਤਰੀਕੇ ਨਾਲ ਆਗੂਆਂ ਪ੍ਰਤੀ ਨੈਗੇਟਿਵਿਟੀ ਭਰ ਜਾਵੇ ਤੇ ਲੋਕੀ ਨੇ ਜਿਹੜੇ ਪਿੱਛੇ ਹਟਣੇ ਸ਼ੁਰੂ ਹੋ ਜਾਣ। ਪਰ ਬਹੁਤ ਸੂਝਵਾਨੀ ਨਾਲ ਚੱਲ ਰਹੇ ਨੇ ਵੀ ਆਪਾਂ ਕਹਿ ਦਈਏ ਜਿਹੜੇ ਜੱਟ ਬੂਟ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਐਤਕੀ ਉਹ ਜੱਟ ਬੂਟ ਨੇ ਜਿਹੜੇ ਅਸਲੀ ਆਪਾਂ ਕਹਿ ਦਈਏ ਸਮਝ ਹੈ ਜਿਹੜੀ ਉਹਨਾਂ ਦੀ, ਉਹਦਾ ਪ੍ਰਗਟਾਵਾ ਜਾਂ ਉਹ ਸਮਝ ਹੈ ਜਿਹੜੀ ਸਾਨੂੰ ਦਿਖਾ ਰਹੇ ਨੇ। ਉਹ ਤੋਂ ਬਾਅਦ ਦੇ ਵਿੱਚ ਜਿੱਦਾਂ ਇੱਕ ਕੁਝ ਵਿਅਕਤੀ ਹੋਰ ਵੀ ਨੇ, ਚਲੋ ਮੈਂ ਨਾਮ ਤਾਂ ਕੀ ਲੈਣਾ, ਉਹ ਮੰਨ ਲਓ ਲਾਈਵ ਕਰਦੇ ਨੇ ਇਹ ਜਿਹੜਾ ਹੈਗਾ ਜੀ ਇੱਥੇ ਮੁੰਡੇ ਮਰਵਾ ਦੇਣੇ ਨੇ ਜਾਂ ਇੱਥੇ ਅਸੀਂ ਵਾਪਸ ਮੁੜ ਜਾਓ। ਯਾਰ ਆਪਾਂ ਆਏ ਕੀ ਕਰਨ ਸੀ? ਅੱਜ ਦੇਖੋ ਜਦੋਂ ਆਪਾਂ ਸੰਘਰਸ਼ ਲਈ ਤੁਰੇ ਆ ਤਾਂ ਸਭ ਤੋਂ ਪਹਿਲਾਂ ਪਤਾ ਹੁੰਦਾ ਵੀ ਗੋਲੀ ਖਾਣੀ ਹੈ। ਬਿਲਕੁਲ ਕਿਸੇ ਅੰਦੋਲਨ ਲਈ ਤੁਰਨ ਤੋਂ ਪਹਿਲਾਂ ਇਹ ਹੁੰਦਾ ਵੀ ਮੈਂ ਮਰ ਕੇ ਤੁਰਿਆ ਦੀਪ ਜੀ। ਤੁਰਨ ਤੋਂ ਪਹਿਲਾਂ ਬੰਦੇ ਦੇ ਮਨ 'ਚ ਇਹ ਗੱਲ ਹੁੰਦੀ ਹੈ ਵੀ ਮਰਨ ਲਈ ਚੱਲਿਆ ਮੈਂ। ਪਹਿਲੀ ਤਾਂ ਗੱਲ ਆ ਮਰ ਕੇ ਤੁਰਦਾ ਬੰਦਾ। ਅੱਜ ਅਸੀਂ ਜੇ ਇਹ ਸਥਿਤੀ ਆ ਗਈ ਕਿ ਸਰਕਾਰ ਦਾ ਪ੍ਰੈਸ਼ਰ ਬਣ ਰਿਹਾ, ਅੱਜ ਅਸੀਂ ਸਰਕਾਰ ਦੀਆਂ ਗੱਲਾਂ ਸੁਣ ਕੇ ਪਿੱਛੇ ਮੁੜ ਜਾਈਏ, ਕਿਉਂ ਮੁੜ ਜਾਈਏ? ਇਹ ਤਾਂ ਜਿਹੜੀ ਸਥਿਤੀ ਅੱਜ ਬਣੀ ਹੋਈ ਆ, ਅਸੀਂ ਤਾਂ ਸਰਕਾਰ ਨੂੰ ਤਾਂ ਗੋਡਿਆਂ ਭਰ ਕਰੀ ਬੈਠੇ ਆ। ਅੱਜ ਇਦਾਂ ਦੇ ਬਿਆਨ ਆਉਣੇ, ਅੱਜ ਇਦਾਂ ਦੇ ਬਿਆਨ ਕਿਸੇ ਬੰਦੇ ਦੇ ਆਉਣੇ ਉਹ ਬਿਲਕੁਲ ਗਲਤ ਨੇ। ਕਿਉਂਕਿ ਹਮੇਸ਼ਾ ਨਾ ਚੜ੍ਹਦੀ ਕਲਾ ਵਾਲੀ ਗੱਲ ਕਰਨੀ ਚਾਹੀਦੀ ਆ। ਆਪਣੀ ਜਿਹੜੀ ਇੱਕ ਆਪਾਂ ਕਹਿ ਦਈਏ ਇੱਥੇ ਤੱਕ ਵੀ ਇਹ ਮਸਲਾ ਆਪਾਂ ਲੈ ਕੇ ਆ ਗਏ, ਉਹਦਾ ਬਹੁਤ ਵੱਡਾ ਕਾਰਨ ਹੈ ਕਿ ਆਪਾਂ ਜਿਹੜੀ ਪੰਜਾਬੀ ਕੌਮ ਹੈ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦੀ ਹੈ। ਅਸੀਂ ਚੜ੍ਹਦੀ ਕਲਾ ਦੀ ਗੱਲ ਅੱਜ ਕਰਨੀ ਹੈ। ਜੇ ਅੱਜ ਆਪਾਂ ਇਦਾਂ ਦੇ ਕੋਈ ਬਿਆਨ ਦੇ ਦਾਂਗੇ, ਕਿਉਂਕਿ ਇੱਕ ਦੂਜਾ ਅਫਵਾਹਾਂ ਨੇ, ਜਿੱਦਾਂ ਕੋਈ ਹਲਚਲ ਹੋ ਜੂਗੀ, ਕੋਈ ਜੀ ਇੱਥੇ ਜੀ ਬੰਦੇ, ਯਾਰ ਠੀਕ ਹੈ ਬੰਦੇ ਬਾੜ ਦਿੰਦੇ ਨੇ, ਕਈ ਵਾਰੀ ਸ਼ਰਾਰਤੀ ਅਨਸਰ ਨੇ ਆ ਜਾਂਦੇ ਨੇ, ਉਹਦੇ ਲਈ ਸਾਡੇ ਭਰਾ ਜਿਹੜੇ ਹੈਗੇ ਨੇ ਬਹੁਤ ਬਖੂਬੀ ਉਹਨਾਂ ਨਾਲ ਹੈਂਡਲ ਕਰ ਰਹੇ ਨੇ ਉਹਨਾਂ ਨੂੰ। ਭਾਈ ਜੀ ਤੁਹਾਨੂੰ ਇਹੀ ਲੱਗਦਾ ਵੀ ਜਿੱਦਾਂ ਹੋ ਸਕਦਾ ਵੱਖਰੇਵੇਂ ਹੋ ਸਕਦੇ, ਵਿਚਾਰਾਂ ਦੇ ਵੱਖਰੇਵੇਂ ਹੋ ਸਕਦੇ ਨੇ, ਪਰ ਸੋਸ਼ਲ ਮੀਡੀਆ ਤੇ ਆ ਕੇ ਪਬਲਿਕ ਡੋਮੇਨ ਦੇ ਵਿੱਚ ਆ ਕੇ ਇਹ ਕਹਿ ਦੇਣਾ ਕਿ ਹਾਂਜੀ ਇਹ ਗਲਤ ਹੈ, ਇਹ ਸਹੀ ਨਹੀਂ ਹੈਗੇ, ਸਹੀ ਅਗਵਾਈ ਨਹੀਂ ਦੇ ਸਕਦੇ, ਇਹਨਾਂ ਵਿੱਚ ਕੈਪੇਬਿਲਿਟੀ ਨਹੀਂ ਹੈਗੀ, ਵੀ ਉਹ ਚੀਜ਼ ਸਹੀ ਨਹੀਂ ਲੱਗਦੀ ਥੋੜੀ। ਮਨਦੀਪ ਜੀ ਅੱਜ ਇਹ ਇਕੱਠ ਐਡਾ ਵੱਡਾ ਹੋ ਗਿਆ, ਜੇ ਉਹਨਾਂ ਦੀ ਅਗਵਾਈ ਕਰਨ ਦੇ ਯੋਗ ਸੀ ਤਾਂ ਹੋ ਗਿਆ। ਜਾਂ ਦੇਖੋ ਲੋਕ ਲਹਿਰ ਤਾਂ ਅੱਜ ਬਣੀ ਹੈ ਇਹ, ਪਰ ਉਹਨਾਂ ਨੂੰ ਸਿਰ ਝੁਕਦਾ ਉਹਨਾਂ ਦੇ ਅੱਗੇ ਜਿਹੜੇ 6-6 ਮਹੀਨਿਆਂ ਦੇ ਲੱਗੇ ਹੋਏ ਨੇ। ਆਪਾਂ ਦੇਖਦੇ ਸੀ ਉਹਨਾਂ ਦੇ ਜਿਹੜੇ ਹੈਗੇ ਨੇ 80-80 ਸਾਲ ਦੇ ਬਜ਼ੁਰਗ ਨੇ ਜਥੇਬੰਦੀਆਂ ਵਾਲੇ, ਜਿਹੜੇ ਕਿ 3-3 4-4 ਮਹੀਨੇ ਹੋ ਗਏ ਇੱਕ ਦਿਨ ਵੀ ਬਿਨਾਂ ਨਾਂਗਾ ਪਾਏ ਤੋਂ ਰੋਜ਼ ਕਦੇ ਕਿਸੇ ਪਿੰਡ 'ਚ ਜਾਣਾ ਹੈ, ਕਦੇ ਕਿਤੇ ਜਾਣਾ। ਕਿਉਂਕਿ ਨਾ ਸੰਘਰਸ਼ ਨੇ ਨਾ ਜਿਹੜੇ ਐਦਾਂ ਨਹੀਂ ਹੁੰਦਾ ਹੈਗਾ ਵੀ ਆਪਾਂ ਕਹਿ ਦਈਏ ਹਵਾ 'ਚ ਨਹੀਂ ਲੜੇ ਜਾਂਦੇ, ਲਾਮਬੰਦੀ ਹੁੰਦੀ ਹੈ। ਜੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਤੁਸੀਂ ਅੱਜ ਤੋਂ 2 ਮਹੀਨੇ ਪਹਿਲਾਂ ਜੇ ਕਿਤੇ ਅਨਾਉਂਸ ਹੋ ਜਾਂਦਾ ਵੀ ਆਪਾਂ ਦਿੱਲੀ ਜਾਣਾ, ਇੰਨਾ ਇਕੱਠ ਹੋ ਜਾਂਦਾ?
ਉਹਨਾਂ ਦੇ ਤਜਰਬੇ ਨੇ। ਸਭ ਤੋਂ ਪਹਿਲਾਂ ਉਹਨਾਂ ਨੇ ਪਿੰਡਾਂ ਦੀਆਂ ਮੀਟਿੰਗਾਂ ਕੀਤੀਆਂ, ਫਿਰ ਉੱਥੇ ਮੁਜ਼ਾਹਰੇ ਲੱਗਣੇ ਸ਼ੁਰੂ ਹੋਏ, ਉੱਥੇ ਕੀ ਹੈ ਧਰਨੇ ਲੱਗਣੇ ਸ਼ੁਰੂ ਹੋਏ, ਉੱਥੇ ਲੋਕ ਆ ਕੇ ਬੈਠਣਾ ਸ਼ੁਰੂ ਹੋਏ। ਬੈਠਣ ਤੋਂ ਬਾਅਦ ਲੋਕਾਂ ਨੇ ਵਿਚਾਰ ਸੁਣੇ, ਵਿਚਾਰ ਸੁਣ ਕੇ ਲੋਕ ਨੇ ਜਿਹੜੇ ਲਾਮਬੰਦ ਹੋਏ, ਜਿਹਦੇ ਨਾਲ ਕੀ ਹੈ ਜਦੋਂ ਲੋਕਾਂ ਦੇ ਨਾ ਪੂਰੀ ਗੱਲ ਸਮਝ ਆ ਗਈ, ਉਹ ਤੋਂ ਬਾਅਦ ਦੇ ਵਿੱਚ ਇੱਕ ਜਥੇਬੰਦੀਆਂ ਨੂੰ ਵੀ ਪਤਾ ਸੀ ਵੀ ਅੱਜ ਤੋਂ 2 ਮਹੀਨੇ ਪਹਿਲਾਂ ਕੰਮ ਦਾ ਸਮਾਂ ਸੀ, ਅਸੀਂ ਝੋਨਾ ਵੱਢਣਾ ਸੀ, ਕਣਕ ਬੀਜਣੀ ਸੀ। ਜਦੋਂ ਕੰਮ ਨਿਬੜ ਗਏ ਸਾਡੇ, ਸਾਰਾ ਸਿਸਟਮ ਹੈ ਜਿਹੜਾ ਲੋਕਾਂ ਦੇ ਖਾਨੇ 'ਚ ਗੱਲ ਪਏਗੀ ਵੀ ਮਸਲਾ ਕੀ ਹੈ, ਉਹ ਤੋਂ ਬਾਅਦ 'ਚ ਕਿਹਾ ਗਿਆ ਅਨਾਉਂਸ ਕਰਿਆਗਾ ਦਿੱਲੀ ਚਲੋ। ਉਹੀ ਚੀਜ਼ ਜਿਹੜੀ ਹੁਣ 12 ਤਰੀਕ ਨੂੰ ਆਪਾਂ ਕਹਿ ਦਈਏ ਰੇਲ ਰੋਕੋ ਜਾਂ ਟੋਲ ਰੋਕੋ ਪ੍ਰੋਗਰਾਮ ਕਰ ਰਹੇ ਹਾਂ, ਉਹਦੇ 2 ਕਾਰਨ ਨੇ। ਉਹਦੇ ਜਿਹੜਾ ਆਪਾਂ ਕਹਿ ਦਈਏ ਵੀ ਪਰਪਸ 2 ਨੇ। ਪਹਿਲਾ ਪਰਪਸ ਦਾ ਹੈਗਾ ਵੀ ਜਿਹੜਾ ਨਾ ਜਿੰਨਾ, ਕਿਉਂਕਿ ਜਿਹੜੀ ਮੋਦੀ ਸਰਕਾਰ ਹੈ ਇਹਦੀ ਜਿਹੜੀ ਕਮਾਨ ਹੈ ਉਹ ਅਡਾਨੀਆਂ ਬਾਨੀਆਂ ਕੋਲ ਹੈ। ਉਹ ਇੱਕ ਜਿਵੇਂ ਆਪਾਂ ਕਹਿ ਦਈਏ ਚਿਹਰਾ ਮੋਦੀ ਦਾ ਮੂਹਰੇ ਦਿਖ ਰਿਹਾ, ਬਸ ਹੋਰ ਕੁਝ ਨਹੀਂ। ਜਿੰਨਾ ਟਾਈਮ ਪਿੱਛੋਂ ਬਟਨ ਨਹੀਂ ਦੱਬਿਆ ਜਾਣਾ ਉਹਨਾਂ ਟਾਈਮ ਕੁਝ ਨਹੀਂ ਹੋਣਾ ਹੈਗਾ। ਸੋ ਉਹਦੇ ਕਰਕੇ ਕਿਸੇ ਤਰੀਕੇ ਨਾਲ ਕਾਰਪੋਰੇਟਸ ਦੇ ਉੱਪਰ ਵੀ ਜਿਹੜਾ ਪ੍ਰੈਸ਼ਰ ਆ, ਅਸੀਂ ਦੇਖੋ ਸਰਕਾਰ ਤੇ ਪ੍ਰੈਸ਼ਰ ਇੱਥੇ ਬਣਾ ਲਿਆ, ਪਰ ਕਾਰਪੋਰੇਟਸ ਜਿਹੜੇ ਵੱਡੇ ਘਰਾਣੇ ਨੇ ਉਹਨਾਂ ਦੇ ਉੱਪਰ ਵੀ ਸਾਡਾ ਜਿਹੜਾ ਪ੍ਰੈਸ਼ਰ ਹੈ ਨਾਲ ਬਣਦਾ ਰਹੇ। ਕਿਉਂ ਪੰਜਾਬ ਦੇ ਵਿੱਚ ਅਸੀਂ ਸਾਰੇ ਟੋਲ, ਸਾਰੇ ਮਾਲ, 에ਅਰਲਾਈਨਸ ਦੇ ਸਾਰੇ ਕੈਰੀ ਬੈਠੇ ਹਾਂ। ਉਹੀ ਕੰਮ ਜਿਹੜਾ ਹੈਗਾ ਦੂਜਾ, ਇਹਦਾ ਕਾਰਨ ਇੱਕ ਤਾਂ ਹੈਗਾ ਕਾਰਪੋਰੇਟ ਜਗਤ ਦੇ ਉੱਪਰ ਪ੍ਰੈਸ਼ਰ ਬਣੇ, ਦੂਜਾ ਸਿੰਬੋਲਿਕਲੀ ਵੀ ਬੜਾ ਪ੍ਰੈਸ਼ਰ ਹੈਗਾ। ਜੇ ਅਸੀਂ ਕਰ ਲੈਂਦੇ ਹਾਂ ਨਾ, ਇਹਦੀ ਸਿਗਨੀਫੀਕੈਂਸ ਬੜੀ ਵੱਡੀ ਬਣ ਜਾਂਦੀ ਹੈ ਆਪਣੇ ਤੌਰ ਤੇ। ਬਿਲਕੁਲ ਬਿਲਕੁਲ। ਉਹਦੇ 'ਚ ਕੀ ਹੈ, ਦੂਜੀ ਗੱਲ ਜਦੋਂ ਆਪਾਂ ਮੰਨ ਕੇ ਚਲੋ ਸਾਰੇ ਭਾਰਤ 'ਚ ਹੁਣ ਟੋਲ ਰੋਕੇ ਜਾਣਗੇ, ਉੱਥੇ ਕੀ ਹੈ ਜਿਹੜੇ ਲੋਕੀ ਦਿੱਲੀ ਨਹੀਂ ਪਹੁੰਚ ਸਕੇ ਉਹਨਾਂ ਕੁਝ ਲੋਕੀ ਕੀ ਹੋਊਗਾ ਟੋਲ ਤੱਕ ਪਹੁੰਚਣਗੇ। ਜਦੋਂ ਟੋਲ ਤੱਕ ਪਹੁੰਚਣਗੇ ਉੱਥੇ ਬੁਲਾਰਿਆਂ ਦੀਆਂ ਗੱਲਾਂ ਸੁਣਨਗੇ। ਕੁਝ ਬੰਦਿਆਂ ਨੂੰ ਅਜੇ ਤੱਕ ਜਿਹਨੂੰ ਨਹੀਂ ਸਮਝ ਹੈਗੀ ਗੱਲ ਦੀ, ਜਦੋਂ ਬੁਲਾਰਿਆਂ ਦੀਆਂ ਗੱਲਾਂ ਸੁਣਨਗੇ ਤਾਂ ਉਹਨਾਂ 'ਚ ਵੀ ਇਹ ਇੱਕ ਜਿਹੜੀ ਹੈਗੀ ਆ ਉਤੇਜਨਾ ਜਾਗੂਗੀ ਕਿ ਅਸੀਂ ਵੀ ਦਿੱਲੀ ਚੱਲੀਏ। ਕਿਉਂਕਿ ਇਹ ਲੜਾਈ ਕਿਸੇ ਇੱਕ ਵਰਗ ਦੀ ਨਹੀਂ ਹੈਗੀ, ਕਿਸੇ ਇੱਕ ਇੰਡੀਵਿਜੂਅਲ ਬੰਦੇ ਦੀ ਨਹੀਂ ਹੈਗੀ, ਹਰ ਬੰਦੇ ਦੀ ਲੜਾਈ ਹੈ ਇਹ ਜਿਹੜਾ ਬੰਦਾ ਮੂੰਹ ਰਾਹੀਂ ਰੋਟੀ ਖਾਂਦਾ, ਅੰਨ ਖਾਂਦਾ, ਹਰ ਉਸ ਬੰਦੇ ਦੀ ਲੜਾਈ ਹੈ। ਦੂਜੀ ਗੱਲ ਇੱਕ ਮੈਂ ਤੁਹਾਡੇ ਮਾਧਿਅਮ ਤੇ ਅਪੀਲ ਕਰਨੀ ਚਾਹੁੰਦਾ, ਇਹਦੇ 'ਚ ਨਾ ਜਿਹੜਾ ਮਸਲਾ ਆਪਾਂ ਕਹਿ ਦਈਏ ਵੀ ਕਿਸਾਨ ਤਾਂ ਹੈਗਾ ਹੀ ਹੈਗਾ, ਕੁਛ ਨਾ ਜਿਹੜੇ ਗੈਰ ਕਿਸਾਨ ਮੰਨ ਲਓ ਕਿਸਾਨੀ ਨਾਲ ਸੰਬੰਧਿਤ ਨਹੀਂ ਹੈਗੇ, ਉਹ ਸਾਡੇ ਵੀਰ ਨਾ ਮੰਨ ਲਓ ਮੋਦੀ ਭਗਤ ਕਹਿ ਸਕਦੇ ਹਾਂ ਆਪਾਂ, ਉਹ ਇਹ ਸੋਚਦੇ ਨੇ ਵੀ ਸਾਡਾ ਕੋਈ ਰੌਲਾ ਨਹੀਂ, ਲਾ ਲਓ ਵੀ ਆਪਾਂ ਮੋਦੀ ਦੇ ਹੱਕ 'ਚ ਨੇ। ਪਰ ਹੱਥ ਬੰਨ੍ਹ ਕੇ ਬੇਨਤੀ ਹੈ, ਸਭ ਤੋਂ ਵੱਡਾ ਨੁਕਸਾਨ ਉਹਨਾਂ ਦਾ। ਉਹਨਾਂ ਦਾ ਨੁਕਸਾਨ ਸਾਡੇ ਕੋਲ ਲਾ ਲਓ 5-7 ਕਿੱਲੇ ਜ਼ਮੀਨ ਦੇ 10 ਕਿੱਲੇ ਹੈਗੇ ਨੇ। ਅੱਜ ਸਰਕਾਰ ਚਾਲਾਂ ਚੱਲਣੀਆਂ ਸ਼ੁਰੂ ਕਰ ਲੂਗੀ, ਸਾਡੇ ਤਾਂ 5-10 ਸਾਲ ਲੰਘ ਜਾਣਗੇ ਸਿਸਕ ਦੇ ਵੀ, ਠੀਕ ਹੈ ਜੀ। ਉਹਨਾਂ ਦਾ ਜਿਹੜੇ ਮੁੱਲ ਲੈ ਕੇ ਜਿਹਨੇ ਅਨਾਜ ਖਾਣਾ ਹੈ, ਆਪਾਂ ਮਨਦੀਪ ਜੀ ਸਰਕਾਰ ਦੀ ਗੱਲ ਸਹੀ ਕਰਦੀ ਹੈ ਵੀ ਬੀਜੇਪੀ ਜੋ ਕਹਿ ਰਹੀ ਹੈ ਸੱਚ ਬੋਲਦੀ ਹੈ। ਮੰਨ ਲਓ ਇੱਕ ਵਾਰੀ ਸਭ ਮੰਨ ਲਈ ਜੀ, ਬੀਜੇਪੀ ਕਹਿ ਰਹੀ ਹੈ ਵੀ ਕਿਸਾਨ ਦੀ ਆਮਦਨ ਹੈ ਜਿਹੜੀ ਦੁੱਗਣੀ ਕਰ ਦੂਗੀ। ਹੁਣ ਕਿਸਾਨ ਦੀ ਆਮਦਨ ਦੁੱਗਣੀ ਕਿੱਦਾਂ ਹੋਊਗੀ, ਸਾਡਾ ਜਿਹੜਾ ਅਨਾਜ ਆ ਦੁੱਗਣੇ ਰੇਟ ਤੇ ਵਿਕੂਗਾ। ਹੁਣ ਅੱਜ ਸਾਡੀ ਕਣਕ 1900 ਰੁਪਏ ਵਿਕ ਰਹੀ ਹੈ, ਐਜ਼ ਪਰ ਬੀਜੇਪੀ ਦੇ ਕਹਿਣ ਦੇ ਮੁਤਾਬਕ ਸਾਡੀ ਕਣਕ ਹੈ ਜਿਹੜੀ 3500 ਵਿਕਣੀ ਸ਼ੁਰੂ ਹੋ ਜੂਗੀ। ਹੁਣ ਜਿਹੜਾ ਬੰਦਾ ਕਣਕ ਮੁੱਲ ਲੈ ਕੇ ਆਟਾ ਪਿਹਾ ਕੇ ਖਾਂਦਾ ਹੈ, ਜਿਹਨੂੰ ਅੱਜ 20 ਰੁਪਏ ਕਿਲੋ ਕਣਕ ਮਿਲ ਰਹੀ ਹੈ, ਹੁਣ ਜਿਹੜਾ ਵਪਾਰੀ 3500 ਖਰੀਦੂਗਾ 20 ਰੁਪਏ ਤਾਂ ਨਹੀਂ ਦਊਗਾ, ਉਹ ਨਾਰਮਲ ਜੀ ਗੱਲ ਆ, ਉਹ 40 ਰੁਪਏ ਦਊਗਾ। ਜਿਹਨੂੰ ਅੱਜ 20 ਰੁਪਏ ਕਣਕ ਖਰੀਦ ਰਹੇ ਨੇ ਉਹਨੂੰ 40 ਰੁਪਏ ਖਰੀਦਣੀ ਪੈ ਜੂਗੀ, ਦੁੱਗਣਾ ਹੋ ਗਿਆ ਖਰਚਾ। ਸੋ ਇਹਦੇ 'ਚ ਹਰ ਵਰਗ ਨਾਲ ਇਹਨੂੰ ਤਾਂ ਕੋਈ ਵੀ ਬੰਦਾ, ਕਿਉਂਕਿ ਨਾ ਨਰਿੰਦਰ ਮੋਦੀ ਨੇ ਨਾ ਜਿਹੜਾ ਸਿਸਟਮ ਹੈ ਸਾਡੇ ਦੇਸ਼ ਦਾ ਨਾ ਇੰਨਾ ਕੁ ਗੰਦਲਾ ਕਰਤਾ, ਇੰਨਾ ਕੁ ਗੰਦਲਾ ਕਰਤਾ ਕਿ ਜੇ ਅੱਜ ਇੱਕ ਬਹਾਨਾ ਬਣ ਗਿਆ, ਇੱਕ ਲਹਿਰ ਉੱਠ ਗਈ, ਜੇ ਇਹਦੇ ਵਿੱਚ ਹਰ ਬੰਦੇ ਨੇ ਯੋਗਦਾਨ ਪਾ ਕੇ ਨਾ ਇਕੱਠੇ ਚੱਲੇ ਤਾਂ ਇਹ ਜਿਹੜਾ ਬੰਦਾ ਨਰਿੰਦਰ ਮੋਦੀ ਹੈ, ਇਹ ਆਪਾਂ ਕਹਿ ਦਈਏ ਵੀ ਸਾਡੇ ਹਾਲਾਤ ਨੇ ਜਿਹੜੇ ਮੰਨ ਲਓ ਬੰਗਲਾਦੇਸ਼, ਨੇਪਾਲ, ਪਾਕਿਸਤਾਨ, ਉਹਨਾਂ ਤੋਂ ਵੀ ਭੈੜੇ ਕਰ ਦੂਗਾ। ਡੈਮੋਕ੍ਰੇਸੀ ਤਾਂ ਸਾਡੇ ਖਤਮ ਹੋ ਚੁੱਕੀ ਹੈ। ਕੋਈ ਵੀ ਬੰਦਾ ਆਵਾਜ਼ ਚੱਕੇ ਨਾਲ ਦੀ ਨਾਲ ਚੱਕ ਕੇ ਚਲੋ ਜੀ ਲਾ ਦਿਓ, ਯੋਪਾ ਲਾ ਦਿਓ, ਕੁਛ ਹੋਰ ਲਾ ਦਿਓ, ਠੀਕ ਹੈ। ਨੈਸ਼ਨਲ ਮੀਡੀਆ ਸਾਰਾ ਉਹ ਮੋਦੀ ਦੀ ਗੋਦੀ 'ਚ ਬੈਠਾ। ਰੀਜ਼ਨ ਕੀ ਹੈ? ਕਾਰਪੋਰੇਟਸ। ਭਾਈ ਜੀ ਆਪਾਂ ਉਹ ਗੱਲ ਕਰ ਲਈਏ, ਜਿੱਦਾਂ ਹੁਣ ਰਾਜੇਵਾਲ ਸਾਹਿਬ ਨੇ ਵੀ ਗੱਲ ਕੀਤੀ ਹੈਗੀ ਆ, ਪ੍ਰੈਸ ਕਾਨਫਰੰਸ ਕੀਤੀ ਸੀਗੀ ਨਰਿੰਦਰ ਸਿੰਘ ਤੋਮਰ ਨੇ। ਉਹ ਆਪ ਮੰਨ ਰਹੇ ਆ ਕਿ ਜਿਹੜਾ ਇਹ ਖੇਤੀ ਹੁੰਦੀ ਹੈ ਸਟੇਟ ਸਬਜੈਕਟ ਹੈਗਾ, ਤਾਂ ਕਹਿੰਦੇ ਤੁਹਾਨੂੰ ਹੱਕ ਹੀ ਨਹੀਂ ਹੈਗਾ ਕਾਨੂੰਨ ਬਣਾਉਣ ਦਾ। ਔਰ ਤੁਸੀਂ ਗੱਲ ਕਰ ਰਹੇ ਸੀਗੇ ਕਿ UNO ਦੇ ਵਿੱਚ ਵੀ ਇੱਕ ਕਲੋਜ਼ ਪਾਸ ਹੋਇਆ ਸੀਗਾ 2018 ਦੇ ਵਿੱਚ। ਬਿਲਕੁਲ ਮਨਦੀਪ ਜੀ, ਇਹ ਚੀਜ਼ ਨਾ ਮੰਨ ਲਓ ਵੈਸੇ ਮੈਂ ਜਥੇਬੰਦੀਆਂ ਦੇ ਵੈਸੇ ਨੌਲੇਜ 'ਚ ਹੋਊਗੀ, ਮੈਂ ਵੀ ਲਿਆਂਦੀ ਆ ਕਿਉਂਕਿ ਮੈਂ ਰਾਤੀ ਮੈਂ ਸਟੱਡੀ ਕਰ ਰਿਹਾ ਸੀ ਤਾਂ ਉਹ ਚੀਜ਼ ਸਾਹਮਣੇ ਆਈ ਹੈ ਕਿ ਇੱਥੇ ਤਾਂ ਜਿਹੜਾ ਹੈਗਾ ਸਿਸਟਮ ਸਟੇਟ ਸਬਜੈਕਟ ਤਾਂ ਹੈਗਾ, ਉਹ ਦੇਖੋ ਉਹ ਬਹੁਤ ਡਿਸਕਸ਼ਨ ਆਪਾਂ ਕਰ ਚੁੱਕੇ ਹਾਂ, ਕਾਨੂੰਨਾਂ 'ਤੇ ਬਹੁਤ ਡਿਸਕਸ਼ਨਾਂ ਹੋ ਚੁੱਕੀਆਂ ਨੇ, ਹੈ ਨਾ। ਆਪਾਂ ਜਿੰਨਾ ਕੁ ਆਪਾਂ ਐਕਸਪਲੇਨ ਕਰ ਸਕਦੇ ਸੀ ਪਹਿਲਾਂ ਬਹੁਤ ਕਰ ਚੁੱਕੇ ਹਾਂ। ਪਰ ਇੱਕ ਨਾ UNO ਦੇ ਵਿੱਚ 18 ਦਸੰਬਰ 2018 ਨੂੰ ਡੇਟ ਮੇਰੇ ਧਿਆਨ 'ਚੋਂ ਨਿਕਲ ਗਈ, ਇੱਕ ਨਾ ਕਾਨੂੰਨ ਪਾਸ ਹੋਇਆ ਜਿਹਦੇ ਵਿੱਚ ਵੀ ਪੇਂਡੂ ਤੇ ਕਿਸਾਨੀ ਮਸਲਿਆਂ ਸੰਬੰਧੀ ਕੋਈ ਵੀ ਕਾਨੂੰਨ ਬਣਦਾ ਹੈ ਤਾਂ ਉਹਦੇ ਵਿੱਚ ਜਿਸ ਬੰਦੇ ਨਾਲ ਸੰਬੰਧਿਤ ਉਹ ਕਾਨੂੰਨ ਹੈ
ਉਹਦੇ ਨਾਲ ਸਲਾਹ ਮਸ਼ਵਰਾ ਕੀਤਾ ਜਾਊਗਾ। ਜਿਹੜਾ ਕਾਨੂੰਨ ਕੋਈ ਸਿੱਧਾ ਸੰਬੰਧ ਰੱਖਦਾ ਕਿਸਾਨ ਨਾਲ, ਰੱਖਦਾ ਵਪਾਰੀ ਨਾਲ, ਰੱਖਦਾ ਤੇ ਜਾਂ ਪਿੰਡੂ ਆਪਾਂ ਕਹਿ ਦਈਏ ਵੀ ਜਿਹੜਾ ਹੈਗਾ ਰੂਰਲ ਏਰੀਏ ਦੇ ਵਿੱਚ, ਉਹਦੇ ਵਿੱਚ ਪਹਿਲਾਂ ਉਹਦੇ ਨਾਲ ਡਿਸਕਸ਼ਨ ਕੀਤੀ ਜਾਊਗੀ। ਜੇ ਉਹਦੀ ਸਹਿਮਤੀ ਆ ਤਾਂ ਕਾਨੂੰਨ ਪਾਸ ਕੀਤਾ ਜਾਊਗਾ। ਪਰ ਮੋਦੀ ਸਰਕਾਰ ਨੇ ਡਿਸਕਸ਼ਨ ਤਾਂ ਕੀ ਕਰਨੀ ਸੀ, ਅੱਜ ਅਸੀਂ ਸੜਕਾਂ ਤੇ ਬੈਠੇ ਹਾਂ ਤਾਂ ਵੀ ਨਹੀਂ ਰੱਦ ਕਰ ਰਹੇ। ਸੋ ਇਹਦੇ ਵਿੱਚ UNO ਦਾ ਭਾਰਤ ਇੱਕ ਮੈਂਬਰ ਹੈ, ਭਾਰਤ ਪਾਬੰਦ ਹੈ UNO ਦੀ ਗਾਈਡਲਾਈਨਸ ਫੋਲੋ ਕਰਨ ਦੇ ਲਈ, ਇਹਨੂੰ ਕਰਨੀਆਂ ਪੈਣਗੀਆਂ। ਪਰ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਇਹ ਕਾਨੂੰਨ ਪਾਸ ਕਰਨ ਲੱਗੇ ਉਲੰਘਣਾ UNO ਦੀ ਉਹ ਕਰਤੀ। ਉਹ ਤੋਂ ਬਾਅਦ 'ਚ UNO ਜਿਹੜੀ ਹੈਗੀ, ਕੱਲ੍ਹ ਮੈਂ ਕਿਸੇ ਨਿਊਜ਼ 'ਚ ਦੇਖ ਰਿਹਾ ਸੀ ਕਿ UNO ਨੇ ਵੀ ਨੋਟਿਸ ਲਿਆ, ਜਿਹੜਾ ਕੇਂਦਰ ਸਰਕਾਰ ਕੋਲ ਨੋਟਿਸ ਆਇਆ ਕਿ ਜਵਾਬ ਕਾਰਨ ਦੱਸੋ ਵੀ ਕਿਉਂ ਹੋ ਰਿਹਾ ਹੈ ਸਾਰਾ ਸਿਸਟਮ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ, ਇਹ ਚੀਜ਼ਾਂ ਉਹਨਾਂ ਦੇ ਵੀ ਨੋਟਿਸ 'ਚ ਨੇ। ਦੇਖੋ, ਕਿਸੇ ਕਾਨੂੰਨ ਨੂੰ ਨਾ ਮੰਨ ਲਓ ਲਾਗੂ ਹੋਏ ਕਾਨੂੰਨ ਨੂੰ ਰੱਦ ਕਰਾਉਣ ਦੇ ਲਈ ਐਡਾ ਵੱਡਾ ਜਨ ਅੰਦੋਲਨ ਹੋਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਨਾਲੇ ਕਿੰਨੇ ਸਾਡੇ ਕਿਸਾਨ ਵੀਰ ਸ਼ਹੀਦ ਵੀ ਹੋ ਗਏ ਆ। ਕੱਲ ਬੁੱਟਾ ਸਿੰਘ ਬੁਰਜੀਗਿੱਲ ਗੱਲ ਕਰ ਰਹੇ ਸੀਗੇ, ਕਹਿੰਦੇ ਅਸੀਂ ਕਿਸਾਨ ਆਪਣਾ ਸਰਕਾਰ ਨੂੰ ਕਹਿ ਦਿੰਦੇ ਆ ਵੀ ਤੁਸੀਂ ਜੇ ਆਹ ਬਿੱਲ ਵਾਪਸ ਲੈਂਦੇ ਆ ਵੀ ਤੁਸੀਂ ਦੱਸ ਦਿਓ ਤੁਹਾਡਾ ਕੀ ਨੁਕਸਾਨ ਹੁੰਦਾ, ਤੇ ਜੇ ਆਹ ਬਿੱਲ ਪਾਸ ਹੋ ਜਾਂਦਾ ਤਾਂ ਅਸੀਂ ਦੱਸ ਦਿੰਦੇ ਆ ਵੀ ਸਾਡਾ ਕੀ ਨੁਕਸਾਨ, ਸਾਡਾ ਪਹਿਲੇ ਹੀ ਨੇ ਜਿਹੜੇ ਕਿਸਾਨ ਵੀਰ ਮਰ ਚੁੱਕੇ ਆ, ਤੇ ਤੁਸੀਂ ਜੇ ਵਾਪਸ ਲੈਂਦੇ ਆ ਵੀ ਸਾਨੂੰ ਸਰਕਾਰ ਦੱਸ ਦੇਵੇ ਵੀ ਸਰਕਾਰ ਦਾ ਕੀ ਨੁਕਸਾਨ ਹੋ ਜਾਊਗਾ। ਮਨਦੀਪ ਜੀ, ਉਹਨਾਂ ਨੂੰ ਉਹਨਾਂ ਦੇ ਬਿੱਲ ਦੇ ਵਿੱਚ ਕਮੀਆਂ ਨੇ ਤਾਂ ਹੀ ਮੰਨ ਰਹੇ ਨੇ ਅੱਜ। ਉਹਨਾਂ ਦਾ ਨੁਕਸਾਨ ਕੋਈ ਨਹੀਂ ਹੋਣਾ, ਉਹਨਾਂ ਦਾ ਨੁਕਸਾਨ ਹੋਣਾ ਜਿਹੜੇ ਉਹ ਮਾਲਕ ਦੀ ਰੋਟੀ ਖਾਂਦੇ ਨੇ, ਉਹ ਗਰਦਨ ਫੜੀ ਬੈਠੇ ਉਹਨਾਂ ਦੀ। ਅਡਾਨੀ ਹੁਣ ਦੇਖੋ, ਤੋਮਰ ਜਦੋਂ ਮੀਟਿੰਗ 'ਚ ਕਹਿ ਚੁੱਕਿਆ ਵੀ ਕੱਲ੍ਹ ਨੂੰ ਅਡਾਨੀ ਅੰਬਾਨੀ ਵਿਰੋਧ ਕਰਨਗੇ, ਹੋਰ ਕਸਰ ਰਹੇਗੀ ਕੋਈ? ਇਹ ਤਾਂ ਕਲੀਅਰ ਸਪਸ਼ਟ ਹੈ ਕਿ ਇਹ ਅਡਾਨੀ, ਕਿਉਂਕਿ ਦੇਖੋ ਇਹ ਦੂਜੀ ਗੱਲ, ਕੱਲ੍ਹ ਉਹ ਕਹਿ ਚੁੱਕਿਆ ਕਿ ਇਹ ਟ੍ਰੇਡ ਦੇ ਲਈ ਬਣਾਏ ਗਏ ਨੇ। ਅਸੀਂ ਯਾਰ ਟ੍ਰੇਡ ਤੋਂ ਕੀ ਲੈਣਾ ਹੈ? ਸਾਨੂੰ ਸਾਡੀ ਫਸਲ ਜਿੰਨੀ ਸਾਡੀ ਆਮਦਨ ਹੈ ਕਿ ਸਾਨੂੰ ਉਨੀ ਰਹਿਣ ਦਿਓ। ਜੇ ਤੁਸੀਂ ਸੱਚਿਓ ਫਾਇਦਾ ਕਰਨਾ ਚਾਹੁੰਦੇ ਹੋ, ਸਾਡੇ ਖਾਦ ਦੀ ਰੇਟ ਘਟਾ ਦਿਓ, ਸਵਾਮੀਨਾਥਨ ਰਿਪੋਰਟ ਲਾਗੂ ਕਰੋ। ਹੁਣ ਇਹ ਮੂਰਖ ਬਣਾ ਰਹੇ ਨੇ, ਬਹੁਤ ਵੱਡੀ ਗੱਲ। ਅਸੀਂ ਜੀ ਸਵਾਮੀਨਾਥਨ ਦੀਆਂ ਰਿਪੋਰਟਸ ਨੇ ਜਿਹੜੀਆਂ ਲਾਗੂ ਕਰਤੀਆਂ, ਪਰ ਕਿੱਦਾਂ ਕਰਤੀਆਂ? ਸਵਾਮੀਨਾਥਨ ਦੀ ਜਿਹੜੀ ਰਿਪੋਰਟ, ਉਹਦੀ ਰਿਕਮੈਂਡੇਸ਼ਨ ਹੈ C2 + 50%। ਇਹ ਫਾਰਮੂਲਾ ਦੂਜਾ ਦਿਖਾ ਕੇ ਕਹੀ ਜਾ ਰਹੇ ਨੇ ਅਸੀਂ ਲਾਗੂ ਕਰਤਾ। ਸਵਾਮੀਨਾਥਨ ਦਾ ਫਾਰਮੂਲਾ ਹੈਗਾ C2 + 50%, ਜਿਹਦੇ ਨਾਲ ਕਿ ਸਾਡੀ ਅੱਜ ਜਿਹੜੀ ਹੈਗੀ ਆ ਕਣਕ ਦਾ ਰੇਟ 6000 ਪਲੱਸ ਜਾਂਦਾ ਜੇ ਕਿਉਂਕਿ ਉਹਦੇ ਵਿੱਚ ਦੇਖੋ ਕਿਸਾਨ ਦੀ ਲੇਬਰ ਵੀ ਹੈ, ਕਿਸਾਨ ਦੀ ਮਿਹਨਤ ਨਾ ਹੋ ਗਿਆ, ਉਹਦੇ ਕੱਪੜੇ ਧੋਣ ਦਾ, ਉਹਦਾ ਜਿੱਦਾਂ ਦੇਖੋ ਉਹਦੀ ਜਿਹੜੀਆਂ ਰਿਕਮੈਂਡੇਸ਼ਨਸ ਨੇ, ਜਿੱਦਾਂ ਇੱਕ ਮੁਲਾਜ਼ਮ ਹੈ, ਕੋਈ ਵੀ ਮੁਲਾਜ਼ਮ ਨੂੰ ਹਰ ਤਰ੍ਹਾਂ ਦਾ ਭੱਤਾ ਦਿੱਤਾ ਜਾਂਦਾ, ਤਾਂ ਕਿਸਾਨ ਨੂੰ ਕਿਉਂ ਨਹੀਂ ਦਿੱਤਾ ਜਾਂਦਾ? ਸਵਾਮੀਨਾਥਨ ਦੀ ਰਿਪੋਰਟ ਦੇ ਵਿੱਚ ਇਹ ਰਿਕਮੈਂਡੇਸ਼ਨ ਨੇ ਵੀ ਕਿਸਾਨ ਨੂੰ ਮੈਡੀਕਲ ਭੱਤਾ ਵੀ ਮਿਲੂਗਾ, ਕਿਸਾਨ ਨੂੰ ਟਰਾਂਸਪੋਰਟ ਅਲਾਇੰਸ ਵੀ ਮਿਲੂਗਾ, ਕਿਸਾਨ ਨੂੰ ਜਿਹੜਾ ਹੈਗਾ ਲਾਉਂਡਰੀ ਦੇ ਪੈਸੇ ਵੀ ਮਿਲਣਗੇ। ਉਹ ਸਾਰੀਆਂ ਚੀਜ਼ਾਂ ਪਾ ਕੇ C2 + 50% ਦੇ ਅਕੋਰਡਿੰਗ 6000 ਪਲੱਸ ਰੇਟ ਬਣਦਾ ਸਾਡਾ। ਪਰ ਮਸ਼ੀਨਰੀ ਵੀ ਹੁੰਦੀ ਹੈ ਕਿਸਾਨ ਦੀ। ਪਰ ਇਹ ਪਤਾ ਗੱਲ ਕੀ ਹੈ, ਇਹਨਾਂ ਦਾ ਸਿਸਟਮ ਨਾ, ਇਹ ਤਰਕ ਨਾਲ ਗੱਲ ਨਹੀਂ ਕਰ ਸਕਦੇ। ਇਹ ਨਾ ਹੁਣ ਇੱਕ ਮੀਡੀਆ ਚੈਨਲ ਵਾਲਾ ਕਹਿੰਦਾ ਸੀ ਜੀ ਜਿਹੜੇ ਅੰਗਰੇਜ਼ੀ ਬੋਲਣ ਵਾਲੇ ਕਿਸਾਨ ਨਹੀਂ ਹੋ ਸਕਦੇ, ਠੀਕ ਹੈ, ਉਹਨੂੰ ਵੀ ਇੱਕ ਤੁਹਾਡੇ ਮਾਧਿਅਮ ਤੇ ਅਪੀਲ ਆ ਜਾਵੇ, ਬਹਿ ਜਾਵੇ, ਅਸੀਂ ਕਿਸਾਨ ਆ, ਮੈਂ ਕਿਸਾਨ ਆ, ਬੈਠੋ, ਗੱਲ ਕਿਹੜੀ ਭਾਸ਼ਾ 'ਚ ਕਰਨੀ ਆ ਕਰੇ ਗੱਲ ਆ ਕੇ। ਇੰਗਲਿਸ਼ 'ਚ ਕਰਨੀ, ਇੰਗਲਿਸ਼ 'ਚ ਕਰ ਲਵੇ, ਹਿੰਦੀ 'ਚ ਕਰਨੀ, ਹਿੰਦੀ 'ਚ ਕਰ ਲਵੇ, ਪੰਜਾਬੀ 'ਚ ਕਰਨੀ, ਪੰਜਾਬੀ 'ਚ ਕਰ ਲਵੇ। ਇਹਨਾਂ ਦੇ ਜਿਹੜੇ ਆਪਣੇ ਸ਼ਾਇਦ ਤੁਸੀਂ ਦੇਖਿਆ ਹੋਵੇ, ਵਿਜੇ ਸਾਂਪਲਾ, ਇੱਕ ਵਾਰ ਅਸੀਂ ਲਾਈਵ ਦੇ ਵਿੱਚ ਇਕੱਠੇ ਬੈਠ ਗਏ। ਵਿਜੇ ਸਾਂਪ ਅਸੀਂ, ਕਿਉਂਕਿ ਦੇਖੋ ਤੁਹਾਨੂੰ ਕਿਹਾ ਸੀ ਤੁਸੀਂ ਜਦ ਮਰਜੀ ਤੁਸੀਂ ਆ ਜਿਓ, ਮੈਂ ਪੂਰੀ ਗੱਲ ਮੈਂ ਮਨਦੀਪ ਜੀ, ਉਸ ਤੋਂ ਬਾਅਦ ਅਸੀਂ 10 ਦਿਨ ਉਹਨਾਂ ਨੂੰ ਅਪਰੋਚ ਕਰੀ ਗਏ ਆ ਵੀ ਸਾਂਪਲਾ ਜੀ ਬੈਠੋ। ਉਸ ਦਿਨ ਤਾਂ ਭੱਜ ਕੇ ਸੀ ਛੱਡ ਕੇ। ਯਾਰ ਦੇਖੋ, ਇੱਕ ਚੀਜ਼ ਨਾ, ਕੋਈ ਚੰਗੀ ਚੀਜ਼ ਹੈ ਯਾਰ, ਤਰਕ ਨਾਲ ਦੱਸੋ ਨਾ। ਸਮਾਂ ਵੀ ਮੰਗਿਆ ਸੀਗਾ ਐਂਕਰ ਨੇ ਵੀ, ਤੁਹਾਡੇ ਕੋਲ ਸਮਾਂ ਹੈਗਾ ਤਾਂ ਤੁਸੀਂ ਬੈਠ ਸਕਦੇ ਆ, ਕਹਿੰਦੇ ਨਹੀਂ ਮੈਂ ਕਿਤੇ ਜਾਣਾ ਹੈਗਾ। ਉੱਥੋਂ ਭੱਜ ਰਹੇ ਸੀ ਉਹ। ਈਵਨ ਇੱਥੋਂ ਤੱਕ ਸੀ ਕਿ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿ ਖੇਤੀ ਕਾਨੂੰਨ ਤੇ ਸਵਾਲ ਨਹੀਂ ਪੁੱਛਣਾ ਹੈਗਾ, ਕੱਲਾ ਦਲਿਤ ਮੁੱਦੇ ਤੇ ਗੱਲ ਕਰਨੀ ਹੈ। ਫਿਰ ਵੀ ਚਲੋ ਧੱਕੇ ਨਾਲ 2-4 ਸਵਾਲ ਪੁੱਛੇ, ਪਰ ਉਹਨਾਂ ਨੇ ਕੋਈ ਤਰਕ ਨਾਲ ਜਵਾਬ ਨਹੀਂ ਦਿੱਤਾ। ਉਹਦੇ 'ਚ ਕੀ ਆ ਵੀ ਅਸੀਂ ਤਾਂ ਪਹਿਲੇ ਦਿਨ ਦੇ, ਅੱਜ ਤੋਂ 2 ਮਹੀਨੇ ਪਹਿਲਾਂ ਦੇ ਸਾਰੇ BJP ਵਾਲਿਆਂ ਨੂੰ ਚੈਲੰਜ ਕਰ ਰਹੇ ਸੀ ਵੀ ਆਓ ਬੈਠੋ ਯਾਰ, ਇੱਕ ਚੀਜ਼ ਚੰਗੀ ਚੀਜ਼ ਆ, ਮੰਨ ਕੇ ਚੱਲੋ ਵੀ ਸਾਨੂੰ ਸਮਝ ਨਹੀਂ ਆਈ। ਜੇ ਯਾਰ ਚੰਗੀ ਚੀਜ਼ ਆ, ਜੇ ਸਾਨੂੰ ਸਮਝਾਓਗੇ, ਅਸੀਂ ਕਮਲੇ ਤਾਂ ਹੈ ਨਹੀਂ। ਜੇ ਚੰਗੀ ਚੀਜ਼ ਹੋਊਗੀ ਅਸੀਂ ਵੀ ਉਹਦੀ ਪ੍ਰੋੜਤਾ ਕਰਾਂਗੇ, ਅਸੀਂ ਵੀ ਉਹਨੂੰ ਜਿਹੜਾ ਹੈਗਾ ਪ੍ਰਮੋਟ ਕਰਾਂਗੇ ਵੀ ਭਾਈ ਆਪਾਂ ਹਨੇਰੇ 'ਚ ਰਹਿ ਗਏ, ਇਹ ਤਾਂ ਬਹੁਤ ਵਧੀਆ ਚੀਜ਼ ਹੈ। ਪਰ ਸਮਝਾਓ ਤਾਂ ਸਹੀ ਨਾ, ਦੱਸੋ ਤਾਂ ਸਹੀ, ਇਹ ਕੀ ਮਤਲਬ ਹੈ ਯਾਰ? ਪਹਿਲਾਂ ਤਾਂ JP ਨੱਡਾ ਵਿਚੋਲੀਏ ਨੇ, ਅੱਜ ਵਿਚੋਲੀਆਂ ਨਾਲ ਗੱਲ ਕਿਉਂ ਕਰ ਰਿਹਾ ਹੈ? ਉਹੀ ਵਿਚੋਲੀਏ ਸੜਕ ਤੇ ਬੈਠੇ ਨੇ। ਵਿਚੋਲੀਏ ਕਹਿੰਦਾ ਸੀ ਉਹ ਜਿਹੜਾ ਬੰਦਾ ਇਹਨਾਂ ਦੇ ਨਾ ਕੋਈ ਬਿਆਨ ਦੇ ਦਿੰਦਾ, ਕੋਈ ਉਲਟ ਬਿਆਨ ਦੇ ਦਿੰਦਾ, ਉਹ ਤੋਂ ਬਾਅਦ ਦੇ ਵਿੱਚ ਉਹਨੂੰ ਪਿੱਛੇ ਕਰ ਦਿੰਦੇ ਨੇ। ਦੂਜੇ ਬੰਦੇ ਪਤਾ ਕੀ ਕਰ ਦਿੰਦੇ ਨੇ, ਨਹੀਂ ਜੀ ਅਸੀਂ ਤਾਂ ਦਿੱਤਾ ਨਹੀਂ, ਉਹਨਾਂ ਨੇ ਦਿੱਤਾ ਹੋਊਗਾ, ਸਾਨੂੰ ਤਾਂ ਪਤਾ ਨਹੀਂ। ਉਹ ਤੋਂ ਬਾਅਦ 'ਚ ਕੱਲ੍ਹ ਫੇਰ ਇੱਕ ਇਹਨਾਂ ਦਾ ਪਵਾਰ ਕਰ 92 ਦਾ ਕੱਲ੍ਹ ਫੇਰ ਬਿਆਨ ਆਇਆ ਕਿ ਜਿਹੜਾ ਹੈਗਾ ਉਰੇ ਇਹ ਕਾਂਗਰਸ ਦੇ ਏਜੰਟ ਬੈਠੇ ਨੇ। ਯਾਰ ਕਿੰਨਾ
ਇਹ ਚਾਹੁੰਦੇ ਕੀ ਨੇ ਸਮਝ ਤੋਂ ਬਾਹਰ। कहते हैं कि ये उनका व्यक्तिगत विचार हो सकता है। ਇਹ ਵਿਅਕਤੀਗਤ ਪਤਾ ਗੱਲ ਕੀ ਹੈ ਮਨਦੀਪ ਜੀ, ਚੱਕਰ ਇਹੀ ਹੈ ਵੀ ਸਮਝਦਾ ਆਵੇ ਚਾਹੁੰਦੇ ਕੀ ਨੇ, ਕਿਉਂਕਿ ਇਹਨਾਂ ਦਾ ਜਿਹੜਾ ਸਿਸਟਮ ਹੈ ਨਾ ਬੀਜੇਪੀ ਦਾ, ਇੱਕ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ, ਇਹ ਨਾ ਇੱਕ ਬੜੀ, ਮੈਂ ਤਾਂ ਹੁਣ ਸਾਫ਼ ਸ਼ਬਦਾਂ 'ਚ ਕਹੂੰਗਾ, ਜਾਹਿਲ ਹੈ। ਨਰਿੰਦਰ ਮੋਦੀ ਵੀ ਜਾਹਿਲ ਹੈ, ਠੀਕ ਹੈ। ਇਹਨੂੰ ਨਾ ਤਾਂ ਦੇਖੋ ਕਿਸੇ ਆਪਾਂ ਕਹਿ ਦਈਏ ਵੀ ਇਨਸਾਨੀਅਤ ਤਾਂ ਹੈ ਨਹੀਂ ਇਹਦੇ ਵਿੱਚ। ਜੇ ਇੱਥੋਂ ਦੀ ਦੇਖੋ ਹਰ ਰਿਪੋਰਟ ਜਾ ਰਹੀ ਹੋਊਗੀ ਗ੍ਰਹਿ ਮੰਤਰੀ ਕੋਲ ਵੀ, ਨਰਿੰਦਰ ਮੋਦੀ ਕੋਲ ਵੀ, ਉਹਨੂੰ ਇਹ ਬੱਚੇ ਬਜ਼ੁਰਗ ਰੋਲਦੇ ਦਿਖਦੇ ਨਹੀਂ ਹੈਗੇ। ਔਰ ਦੂਜੀ ਗੱਲ, ਇੱਕ ਪਾਸੇ ਇੱਕ ਬੰਦਾ ਹੈ ਅਡਾਨੀ ਜਾਂ ਅੰਬਾਨੀ, ਅੱਛਾ ਇੱਧਰਲੇ ਪਾਸੇ ਲੱਖਾਂ ਲੋਕ ਸੜਕਾਂ ਤੇ ਰੋਲ ਰਹੇ ਨੇ। ਬੰਦਾ ਜੇ ਨਾ ਇੱਕ ਆਪਾਂ ਕਹਿ ਦਈਏ ਪ੍ਰਧਾਨ ਮੰਤਰੀ ਹੁੰਦੇ ਨੇ, ਉਹਦਾ ਫਰਜ਼ ਬਣਦਾ ਸੀ ਉਹ ਕਹੇ ਵੀ ਆਓ ਭਾਈ ਮਿਲੋ ਆ ਕੇ। ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਇੱਥੇ ਸ਼ਹੀਦ ਵੀ ਹੋ ਚੁੱਕੇ ਹੈ ਸਾਡੇ ਕਿਸਾਨ ਵੀ, ਸਾਡੀਆਂ ਮਾਤਾਵਾਂ 90 ਸਾਲ ਦੀ, 97 ਸਾਲ ਦੇ ਬਜ਼ੁਰਗਾਂ ਨਾਲ ਮੈਂ ਮਿਲ ਕੇ ਆਇਆ। ਜੇ ਦਿਲ ਹੁੰਦਾ ਉਹਨਾਂ 'ਚ ਵਾਕਈ, ਉਹ ਜੇ ਰਾਜਾ ਖੁਦ ਨੂੰ ਅਖਵਾਉਂਦੇ ਆ ਵੀ ਸਾਰੇ ਦੇਸ਼ ਦਾ ਰਾਜਾ, ਦੇਸ਼ ਦੇ ਰਾਜੇ ਦੀ ਪ੍ਰਜਾ ਬੱਚਿਆਂ ਦੀ ਤਰ੍ਹਾਂ ਹੁੰਦੀ ਆ, ਤਾਂ ਹੋ ਹੀ ਨਹੀਂ ਸਕਦਾ ਸੀਗਾ ਕਿ ਉਹ ਉੱਥੇ ਕੁਰਸੀ ਤੇ ਬੈਠੇ ਹੁੰਦੇ ਔਰ ਅੱਜ ਤੱਕ ਗੱਲ ਨਾ ਕਰਦੇ। ਮਨਦੀਪ ਜੀ ਇਹੀ ਤਾਂ ਗੱਲ ਹੈ, ਇਹੀ ਤਾਂ ਜਿੱਦਾਂ ਮੈਂ ਕਹਿ ਕੇ ਹਟਿਆ ਵੀ ਇਹ ਜਾਹਿਲ ਕਿਸਮ ਦਾ ਬੰਦਾ ਹੈ। ਇਹਨੂੰ ਜਿਹੜਾ ਹੈਗਾ ਬੰਦਾ ਨਾ ਇੱਕ ਇਨਸਾਨੀਅਤ ਦੇ ਨਾਂ ਤੇ ਹੀ ਗੱਲ ਕਰ ਲੈਂਦਾ ਵੀ ਯਾਰ ਆਓ ਚਲੋ ਬੈਠ ਜਾਓ ਆਪਾਂ ਗੱਲ ਕਰ ਲਈਏ, ਹੈ ਨਾ। ਤੇ ਬਾਈ ਜੀ ਜਿੱਦਾਂ ਹੁਣ ਸਾਡੇ ਆਰਮੀ ਅਫੀਸਰ ਵੀ ਗਏ ਸੀ, ਖਿਲਾੜੀ ਵੀ ਗਏ ਸੀ ਆਪਣੇ ਤਗਮੇ ਵਾਪਸ ਕਰਨ ਰਾਸ਼ਟਰਪਤੀ ਨੂੰ, ਤੇ ਸਾਡੇ ਘਰ ਕੋਈ ਆਵੇ, ਅਸੀਂ ਭਾਵੇਂ ਕੋਈ ਜਾਣ ਪਛਾਣ ਵੀ ਨਾ ਹੋਵੇ, ਘਰ ਆਏ ਨੂੰ ਅਸੀਂ ਚਾਹ ਪਾਣੀ ਤਾਂ ਪੁੱਛਦੇ ਹਾਂ ਵੀ ਚਲੋ ਕੋਈ ਨਹੀਂ, ਇੰਨੀ ਦੂਰ ਤੋਂ ਆਏ ਆ, ਉਹਨਾਂ ਨੂੰ ਵੀ ਮਿਲਣ ਨਹੀਂ ਦਿੱਤਾ ਗਿਆ। ਇਹ ਵੀ ਚਾਲ ਹੈਗੀ ਆ ਵੀ ਜੇ ਵਾਪਸ ਹੋ ਜਾਂਦੇ ਉਹਨਾਂ ਦੇ, ਇੱਕ ਹੋਰ ਬਹੁਤ ਵੱਡਾ ਪੂਰੀ ਦੁਨੀਆ ਦੇ ਵਿੱਚ ਮੈਸੇਜ ਚਲੇ ਜਾਂਦਾ ਵੀ ਖਿਡਾਰੀਆਂ ਨੇ ਵੀ ਤਗਮੇ ਵਾਪਸ ਕਰਤੇ। ਬਿਲਕੁਲ, ਇਹਦੇ 'ਚ ਨਾ ਇਹ ਇੱਕ ਆਪਾਂ ਕਹਿ ਦਈਏ ਉਹਨਾਂ ਦੇ ਮੱਥੇ ਤੇ ਕਲੰਕ ਲੱਗ ਰਿਹਾ ਹੈ। ਅੱਜ ਅਸੀਂ ਉਰੇ ਬੈਠੇ ਹਾਂ, ਜਿਹੜੇ ਤਗਮੇ ਵਾਪਸ ਕੀਤੇ ਜਾ ਰਹੇ ਨੇ, ਹਰ ਵਰਗ ਜਿਹੜਾ ਵਿਰੋਧਤਾ ਕਰ ਰਿਹਾ ਹੈ, ਜਿੰਨੇ ਰਾਸ਼ਟਰਪਤੀ ਅਵਾਰਡ ਵਾਪਸ ਕਰ ਰਹੇ ਨੇ। ਕੱਲ ਇੱਕ ਸਾਡੇ ਪੰਜਾਬ ਤੋਂ ਪਿੰਡ ਮੇਰੇ ਖਿਆਲ 'ਚ ਧਿਆਨ 'ਚੋਂ ਨਿਕਲ ਗਿਆ, ਉਹਨਾਂ ਨੂੰ ਰਾਸ਼ਟਰਪਤੀ ਅਵਾਰਡ ਮਿਲਿਆ ਸੀ, 18 ਲੱਖ ਦੀ ਰਾਸ਼ੀ ਮਿਲੀ ਸੀ। ਉਹ ਸਰਪੰਚ ਵੀਰ ਵਿਦ ਇਨਾਮੀ ਰਾਸ਼ੀ, ਇਹ ਨਹੀਂ ਇਕੱਲਾ ਅਵਾਰਡ, 18 ਲੱਖ ਰੁਪਇਆ ਵੀ ਵਾਪਸ ਕਰਨ ਵਾਸਤੇ ਆ ਗਏ, ਕਹਿੰਦੇ ਆ ਚੱਕੋ ਸਾਨੂੰ ਨਹੀਂ ਲੋੜ ਹੈਗੀ। ਜਿਹੜਾ ਸਿਸਟਮ ਸਾਡੇ ਅੰਦਰ ਨਾ ਜ਼ਮੀਰ ਜਾਗਦੀ ਆ ਅੱਜ, ਜਿਹੜੀ ਆਪਾਂ ਇਹ ਸਾਡੇ ਰਾਜਨੀਤਿਕ ਲੀਡਰਾਂ ਨੇ ਨਾ ਸਾਨੂੰ ਨਸ਼ੇੜੀ, ਸਾਡੇ ਪੰਜਾਬ ਦਾ ਭਾਈਚਾਰਾ ਖਤਮ ਹੋਇਆ ਵਾ ਸਾਬਤ ਕਰਤਾ ਸੀ ਨਾ, ਆਹ ਸਾਬਤ ਕਰਤਾ, ਦਿਖਾਤਾ ਵੀ ਸਾਡੀ ਜਿਹੜੀ ਪੰਜਾਬੀਆਂ ਦੀ ਜ਼ਮੀਰ ਅੱਜ ਵੀ ਉਹੀ ਹੈ, ਅੱਜ ਵੀ ਜਾਗਦੀ ਹੈ। ਸਾਨੂੰ ਇਹ ਅਵਾਰਡਾਂ ਤੱਕ ਮਤਲਬ ਨਹੀਂ, ਸਾਨੂੰ ਸਾਡੇ ਭਾਈਚਾਰੇ ਤੱਕ ਮਤਲਬ ਹੈ। ਇਹੀ ਸਾਡਾ ਜੇ ਮੈਂ ਤਾਂ ਇੱਕ ਗੱਲ ਹੋਰ ਕਹੂੰਗਾ ਵੀ ਕਾਨੂੰਨ ਰੱਦ ਹੋਣ ਤੋਂ ਵੱਡੀ ਪ੍ਰਾਪਤੀ ਅਸੀਂ ਕਰ ਚੁੱਕੇ ਹਾਂ। ਬਿਲਕੁਲ ਕਰ ਚੁੱਕੇ ਹਾਂ। ਕਾਨੂੰਨ ਰੱਦ ਹੋਣ ਤੋਂ ਵੱਡੀ ਪ੍ਰਾਪਤੀ ਅਸੀਂ ਕਰ ਚੁੱਕੇ ਹਾਂ। ਮਨਦੀਪ ਜੀ ਕਿਤੇ ਧਰਨਾ ਲੱਗਿਆ ਵਾ ਹੋਵੇ, ਲੋਕ ਨੇ ਜਿਹੜੇ ਨਾ ਆਪਣੇ ਮਾਵਾਂ ਨੌਜਵਾਨ ਮੁੰਡਿਆਂ ਨੂੰ ਵੀ ਕਹਿ ਦਿੰਦੀਆਂ ਨੇ ਵੀ ਉਹ ਸੜਕ ਤੇ ਨਾ ਜਾਇਓ, ਧਰਨਾ ਲੱਗਿਆ ਵਾ, ਸਾਡੀ ਪ੍ਰਾਪਤੀ ਆ ਉਰੇ। ਅੱਜ ਲੋਕ ਬੱਚਿਆਂ ਨੂੰ ਲੈ ਕੇ ਆ ਰਹੇ ਨੇ, ਉਹ ਤੁਹਾਨੂੰ ਦਿਖਾਈਏ ਧਰਨਾ ਕੀ ਹੁੰਦਾ ਹੈ। ਜ਼ਾਲਮ ਰੋਜ਼ ਜੰਮਦੇ ਤਾਂ ਵੀ ਮੁੱਕ ਜਾਂਦੇ, ਤੇ ਸਿੰਘ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ। ਬੜੀ ਕੌਮ ਨੇ ਜ਼ਖਮ ਸ਼ਰੀਰ ਖਾਦੇ, ਅਗਲੇ ਭਰੀ ਜਾਂਦੇ, ਪਿਛਲੇ ਸੁੱਕਦੇ ਨਹੀਂ। ਤੇ ਲੱਗਦੇ ਸ਼ਹੀਦਾਂ ਦੀ ਮੜੀ ਤੇ ਰੋਜ਼ ਮੇਲੇ, ਉਹ ਲੱਗਦੇ ਸ਼ਹੀਦਾਂ ਦੀ ਮੜੀ ਤੇ ਰੋਜ਼ ਮੇਲੇ, ਤੇ ਲੋਕੀ ਪਾਪੀ ਦੀ ਕਬਰ ਉੱਤੇ ਥੁੱਕਦੇ ਨਹੀਂ। ਤੇ ਜ਼ਾਲਮ ਗੋਲੀਆਂ 'ਚ ਗਿਣ ਕੇ ਮਾਰਦਾ ਨਹੀਂ, ਤਾਂ ਲਾਸ਼ਾਂ ਅਸੀਂ ਵੀ ਅੱਗੋਂ ਗਿਣ ਕੇ ਫਿਰ ਚੁੱਕਦੇ ਨਹੀਂ। ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਦੋਸਤੋ, ਵੇਖਣ ਲਈ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।